ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਵੱਡ ਭਾਵੈ ਤੇ ਵੱਡ ਹੋਏ। ਉਸ ਪ੍ਰਭੂ ਨੂੰ ਜਿੰਨਾ ਵੱਡਾ ਹੋਣਾ ਪਾਉਂਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ। ਜਿਸ ਤਰ੍ਹਾਂ ਪੂਤਨਾ ਦੇ ਉਧਾਰ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੱਡਾ ਸਰੂਪ ਧਾਰਨ ਕਰ ਲਿਆ ਸੀ, ਇਸੇ ਪ੍ਰਕਾਰ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਇੱਕ ਸਾਖੀ ਆਉਂਦੀ ਹੈ। ਜਗਤ ਜਲੰਦੇ ਨੂੰ ਉਤਾਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਭਿਆਨਕ ਜੰਗਲ ਵਿੱਚ ਪੁੱਜੇ, ਜਿੱਥੇ ਸੁੰਦਰ ਫੁੱਲਾਂ ਅਤੇ ਫਲਾਂ ਨਾਲ ਲੱਦੇ ਹੋਏ ਜੰਗਲੀ ਦਰਖਤ ਤਾਂ ਸਨ, ਪਰੰਤੂ ਕੋਈ ਪੰਛੀ ਜਾਂ ਜਾਨਵਰ ਦਿਖਾਈ ਨਹੀਂ ਸੀ ਦਿੰਦਾ। ਸਤਿਗੁਰਾਂ ਪਾਸ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਮੈਨੂੰ ਭੁੱਖ ਲੱਗੀ ਹੈ, ਇਹ ਸੁੰਦਰ ਫਲ ਖਾਣ ਦੀ ਆਗਿਆ ਦਿਓ। ਸਤਿਗੁਰਾਂ ਨੇ ਮਨਾ ਕਰ ਦਿੱਤਾ, ਪਰੰਤੂ ਭੁੱਖ ਦੇ ਸਤਾਏ ਹੋਏ ਭਾਈ ਮਰਦਾਨਾ ਜੀ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਹੀ ਫਲ ਖਾਣ ਲਈ ਜੰਗਲ ਵਿੱਚ ਅੱਗੇ ਚਲੇ ਗਏ। ਜੰਗਲ ਵਿੱਚ ਇੱਕ ਬੜਾ ਭਿਆਨਕ ਦੈਂਤ ਰਹਿੰਦਾ ਸੀ, ਜਿਸ ਦੀ ਪਹਾੜ ਵਰਗੀ ਵਿਸ਼ਾਲ ਦੇਹੀ, ਦੋ ਕੋਹ ਲੰਮੀਆਂ ਬਾਹਾਂ, ਸਿਰ ਉੱਪਰ ਖਜੂਰਾਂ ਦੇ ਦਰਖਤਾਂ ਵਰਗੇ ਸਿੰਘ ਅਤੇ ਪਹਾੜਾਂ ਦੀਆਂ ਕੰਦਰਾਂ ਸਮਾਨ ਨਾਸਕਾਂ ਸਨ। ਇਸੇ ਨੇ ਹੀ ਜੰਗਲ ਦੇ ਸਾਰੇ ਜਾਨਵਰ ਖਾ ਕੇ ਸੈਂਕੜੇ ਕੋਹਾਂ ਤੱਕ ਜੰਗਲ ਨਿਰਜੀਵ ਕਰ ਛੱਡਿਆ ਸੀ। ਭਾਈ ਮਰਦਾਨਾ ਜੀ ਨੂੰ ਇਸ ਦੈਂਤ ਨੇ ਫੜ ਲਿਆ ਅਤੇ ਉਸੇ ਵੇਲੇ ਮੂੰਹ ਵਿੱਚ ਪਾ ਲਿਆ। ਦੈਂਤ ਦੇ ਪੇਟ ਵਿੱਚ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਧਿਆ ਕੇ ਬੇਨਤੀਆਂ ਕਰਨ ਲੱਗੇ, ਹੇ ਮਹਾਰਾਜ ਜੀ, ਮੈਨੂੰ ਬਚਾਓ, ਮੇਰੇ ਔਗਣਾਂ ਨੂੰ ਨਾ ਚਿਤਾਰੋ, ਆਪਣੇ ਸੇਵਕ ਦੀ ਲਾਜ ਰੱਖੋ। ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਸਤਿਗੁਰਾਂ ਨੂੰ ਪੁਕਾਰਨਾ ਸ਼ੁਰੂ ਕੀਤਾ। ਅੰਤਰਜਾਮੀ ਸਤਿਗੁਰੂ ਜੀ ਭਾਈ ਮਰਦਾਨੇ ਦੀ ਪੁਕਾਰ ਸੁਣ ਕੇ ਭਾਈ ਬਾਲਾ ਜੀ ਨੂੰ ਉੱਥੇ ਹੀ ਰੁਕਣ ਲਈ ਕਹਿ ਕੇ ਆਪ ਅੱਗੇ ਚੱਲ ਪਏ। ਦੈਂਤ ਨੇ ਸਤਿਗੁਰੂ ਜੀ ਨੂੰ ਵੀ ਫੜ ਲਿਆ ਤੇ ਮੂੰਹ ਵਿੱਚ ਪਾ ਲਿਆ। ਸਤਿਗੁਰਾਂ ਨੂੰ ਆਪਣੇ ਕੋਲ ਵੇਖ ਕੇ ਭਾਈ ਮਰਦਾਨਾ ਜੀ ਨੂੰ ਧੀਰਜ ਆਇਆ ਅਤੇ ਗੁਰੂ ਜੀ ਦਾ ਧੰਨਵਾਦ ਕਰਨ ਲੱਗਿਆ। ਦੈਂਤ ਦੇ ਪੇਟ ਦੇ ਅੰਦਰ ਸਤਿਗੁਰਾਂ ਨੇ ਆਪਣੇ ਸਰੀਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਦੈਂਤ ਦੀ ਕਾਇਆ 2 ਕੋਹ ਲੰਮੀ ਸੀ। ਸਤਿਗੁਰਾਂ ਨੇ ਆਪਣੀ ਕਾਇਆ ਉਤਨੀ ਹੀ ਵੱਡੀ ਕਰ ਲਈ। ਜਦੋਂ ਰਾਖਸ਼ ਦਾ ਸਰੀਰ ਫਟਣ ਲੱਗਾ ਤਾਂ ਰਾਖਸ਼ ਨੇ ਆਪਣੀ ਸ਼ਕਤੀ ਨਾਲ ਕਾਇਆ 1 ਜੋਜਨ ਲੰਮੀ ਕਰ ਲਈ। ਗੁਰੂ ਜੀ ਨੇ ਵੀ ਆਪਣੀ ਕਾਇਆ ਉਤਨੀ ਹੀ ਲੰਮੀ ਕਰ ਲਈ। ਜਦੋਂ ਰਾਖਸ਼ ਫਿਰ ਦੁੱਖ ਮਹਿਸੂਸ ਕਰਨ ਲੱਗਾ ਤਾਂ ਉਸਨੇ ਆਪਣੀ ਕਾਇਆ 9 ਜੋਜਨ ਵਧਾ ਲਈ। ਸਤਿਗੁਰਾਂ ਨੇ ਆਪਣਾ ਸਰੀਰ ਉਤਨਾ ਹੀ ਹੋਰ ਵਧਾ ਲਿਆ, ਜੈਸਾ ਕਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ, ਸ਼੍ਰੀ ਗੁਰੂ ਤੇਤੋ ਤਨ ਬਿਸਤਾਰਾ, ਅੰਤਰ ਭਇਓ ਤਾਹੇ ਦੁਖ ਭਾਰਾ, 9 ਜੋਜਨ ਲੋ ਦੈਤ ਵਧਾਵਾ, ਤੈਸੋ ਪ੍ਰਭੂ ਨਿਜ ਦੇਹ ਬਨਾਵਾ। ਇਸ ਤੋਂ ਅੱਗੇ ਦੈਂਤ ਆਪਣਾ ਸਰੀਰ ਹੋਰ ਨਾ ਵਧਾ ਸਕਿਆ। ਦੁੱਖ ਨਾਲ ਤੜਫਦਿਆਂ ਹੋਇਆਂ ਉਸ ਦੀਆਂ ਅੱਖਾਂ ਬਾਹਰ ਨਿਕਲ ਆਈਆਂ ਅਤੇ ਸਰੀਰ ਫਟ ਗਿਆ। ਜਦੋਂ ਜ਼ਮੀਨ 'ਤੇ ਡਿੱਗਾ ਤਾਂ ਉਸ ਦੇ ਹੇਠਾਂ ਆਉਣ ਵਾਲੇ ਸਾਰੇ ਦਰਖਤ ਚਕਨਾਚੂਰ ਹੋ ਗਏ। ਭਾਈ ਮਰਦਾਨਾ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਠੀਕ ਠਾਕ ਸਰੀਰ ਤੋਂ ਬਾਹਰ ਆ ਗਏ। ਉਸ ਦੈਂਤ ਦੀ ਰੂਹ ਨੇ ਸਤਿਗੁਰਾਂ ਦੀ ਉਸਤਤੀ ਕੀਤੀ। ਭਾਈ ਮਰਦਾਨਾ ਜੀ ਦੇ ਪੁੱਛਣ 'ਤੇ ਦੱਸਿਆ ਕਿ ਉਹ ਰਾਜੇ ਜਨਕ ਦਾ ਰਸੋਈਆ ਸੀ। ਇੱਕ ਵਾਰੀ ਰਾਜੇ ਦੇ ਹੁਕਮ ਅਨੁਸਾਰ ਮੈਂ ਸੰਤਾਂ ਲਈ ਭੋਜਨ ਤਿਆਰ ਕੀਤਾ। ਮੈਨੂੰ ਬੜੀ ਭੁੱਖ ਲੱਗੀ ਹੋਈ ਸੀ। ਸੰਤਾਂ ਦੇ ਭੋਜਨ ਛਕਣ ਤੋਂ ਪਹਿਲਾਂ ਹੀ ਮੈਂ ਛੁਪ ਕੇ ਭੋਜਨ ਛਕ ਲਿਆ, ਲੰਗਰ ਝੂਠਾ ਕਰ ਦਿੱਤਾ। ਰਾਜੇ ਜਨਕ ਨੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਰਾਖਸ਼ਾਂ ਵਾਲਾ ਕੰਮ ਕੀਤਾ ਹੈ, ਇਸ ਲਈ ਰਾਖਸ਼ ਬਣੇਗਾ। ਫਿਰ ਮੈਂ ਬੇਨਤੀ ਕਰਕੇ ਪੁੱਛਿਆ ਕਿ ਮੇਰੀ ਕਲਿਆਣ ਕਿਵੇਂ ਹੋਵੇਗੀ, ਤਾਂ ਰਾਜੇ ਜਨਕ ਨੇ ਦੱਸਿਆ ਕਿ ਕਲਯੁਗ ਅੰਦਰ ਪ੍ਰਭੂ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਆਉਣਗੇ, ਉਹ ਤੈਨੂੰ ਮੁਕਤ ਕਰਨਗੇ। ਅੱਜ ਮੇਰੇ ਭਾਗ ਜਾਗੇ ਹਨ। ਮਹਾਰਾਜ ਜੀ, ਮੈਂ ਆਪ ਜੀ ਦੀ ਕਿਰਪਾ ਦਾ ਪਾਤਰ ਹੋ ਕੇ ਧੰਨ ਹੋ ਗਿਆ ਹਾਂ। ਮੈਂ ਹੁਣ ਸੱਚਖੰਡ ਨੂੰ ਜਾ ਰਿਹਾ ਹਾਂ। ਇਹ ਕਹਿ ਕੇ ਦੈਂਤ ਦੀ ਰੂਹ ਸੱਚਖੰਡ ਲਈ ਰਵਾਨਾ ਹੋ ਗਈ। ਸਾਖੀ ਤੋਂ ਭਾਵ ਇਹ ਹੈ ਕਿ ਪ੍ਰਭੂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਕੇ
ਜਿੰਨਾ ਵੱਡਾ ਹੋਣਾ ਚਾਹਿਆ ਓਨਾ ਹੀ ਵੱਡਾ ਰੂਪ ਧਾਰਨ ਕਰ ਲਿਆ। ਇਸੇ ਪ੍ਰਕਾਰ ਪ੍ਰਭੂ ਨੇ 52 ਰੂਪ ਧਾਰ ਕੇ ਰਾਜੇ ਬਲ ਨੂੰ ਛਲਣ ਲਈ ਦਾਨ ਦੇ ਰੂਪ ਵਿੱਚ 2.5 ਕਰਮਾ ਧਰਤੀ ਦੀ ਮੰਗ ਕੀਤੀ ਸੀ। ਫਿਰ ਪ੍ਰਭੂ ਨੇ ਵੱਡਾ ਰੂਪ ਧਾਰਨ ਕਰਕੇ 2 ਕਰਮਾਂ ਵਿੱਚ ਸਾਰੀ ਧਰਤੀ ਮਿਲ ਲਈ ਅਤੇ ਅੱਧੇ ਕਰਮ ਲਈ ਰਾਜੇ ਬਲ ਨੇ ਆਪਣਾ ਸਰੀਰ ਅੱਗੇ ਕੀਤਾ ਤਾਂ ਪਿੱਠ ਤੇ ਪੈਰ ਰੱਖ ਕੇ ਪਤਾਲ ਵਿੱਚ ਧਸਾ ਦਿੱਤਾ ਅਤੇ ਅੱਜ ਤੱਕ ਪਤਾਲ ਵਿੱਚ ਰਾਜ ਕਰਦਾ ਦੱਸੀਦਾ ਹੈ। 52 ਭਗਵਾਨ ਉਸ ਦਾ ਦੁਆਰਪਾਲ ਬਣਿਆ ਹੋਇਆ ਹੈ। ਜੈਸਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫੁਰਮਾਨ ਹੈ, ਕਰੋ 2.5 ਧਰਤੀ ਮਾਂਗੀ 52 ਰੂਪ ਬਹਾਨਾ, ਕਿਉਂ ਪਿਆਲ ਜਾਏ ਕਿਉਂ ਛਲੀਐ, ਜੇ ਬਲ ਰੂਪ ਪਛਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।